ਮੰਗਦਾ ਰਹਿਵੇ ਸੂਰਜਾ ਕਮੀਆਂ ਦੇ ਵੇੜੇ ਹੋ ਤੂੰ ਮੰਗਦਾ ਰਹਿਵੇ ਸੂਰਜਾ ਕਮੀਆਂ ਦੇ ਵੇੜੇ। ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ ਆ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਗੁਰੂ ਇਹ ਵਿਹੜਿਆਂ ਵਾਲੇ ਝੁੱਗੀਆਂ ਵਾਲੇ ਪਤਾ ਨਹੀਂ ਕਿਉਂ ਤੂੰ ਗੱਲ ਨਾਲ ਲਾਏ ਸੀ, ਉਚਿਆਏ ਸੀ, ਵਡਿਆਏ ਸੀ, ਰੰਗਰੇਟੇ ਗੁਰੂ ਕੇ ਬੇਟੇ ਬਣਾਏ ਸੀ। ਸਾਨੂੰ ਤੇਰੀ ਇਹੋ ਗੱਲ ਮਾੜੀ ਲੱਗਦੀ ਹੈ, ਤੇਰੀ ਨੀਵਿਆਂ ਨੂੰ ਗਲ ਨਾਲ ਲਾਉਣ ਵਾਲੀ ਗੱਲ ਸਾਨੂੰ ਭੋਰਾ ਨਾ ਫੱਬਦੀ ਹੈ। ਗੁਰੂ ਉਹ ਜਦੋਂ ਸਾਡੇ ਗੁਰੂ ਘਰ ਆਉਂਦੇ ਨੇ, ਗੁਰੂ ਉਹ ਜਦੋਂ ਸਾਡੇ ਗੁਰੂ ਘਰ ਆਉਂਦੇ ਨੇ ਸਾਨੂੰ ਤੇਰੀ ਆਰਾਧਨਾ ਨਹੀਂ ਕਰਨ ਦਿੰਦੇ, ਸ਼ਾਂਤੀ ਭੰਗ ਕਰਦੇ ਨੇ, ਬੜਾ ਰੌਲਾ ਪਾਉਂਦੇ ਨੇ। ਤੇਰੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸ਼ਬਦ ਗਾਉਂਦੇ ਨੇ। ਸਾਨੂੰ ਤੇਰੀ ਇਹੋ ਗੱਲ ਮਾੜੀ ਲੱਗਦੀ ਹੈ, ਤੇਰੀ ਨੀਵਿਆਂ ਨੂੰ ਗੱਲ ਨਾਲ ਲਾਉਣ ਵਾਲੀ ਗੱਲ ਸਾਨੂੰ ਭੋਰਾ ਨਾ ਫੱਬਦੀ ਹੈ। ਸਾਹਿਬ ਅੰਬੇਦਕਰ ਦੇ ਵਿਚਾਰਾਂ ਨੂੰ, ਉਹਨਾਂ ਦੀ ਸੋਚ ਨੂੰ ਜਿਹੜਾ ਉਹ ਯਾਦ ਕੀਤਾ ਜਾ ਰਿਹਾ, ਕਿਉਂਕਿ ਬਾਬਾ ਸਾਹਿਬ ਅੰਬੇਦਕਰ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਹੁੰਦੇ ਹੋਏ ਵੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਸੰਘਰਸ਼ ਲੜਦਿਆਂ ਜਾਤ ਪਾਤ ਦੀ ਮੁਕਤੀ ਦੇ ਲਈ ਆਪਣਾ ਪੂਰਾ ਜੀਵਨ ਹੈ ਜਿਹੜਾ ਉਹ ਇਸ ਸੰਘਰਸ਼ ਦੇ ਲੇਖੇ ਲਾਇਆ। ਬਾਬਾ ਸਾਹਿਬ ਦੀ ਪੜ੍ਹਾਈ ਦੇ ਮਸਲੇ ਤੇ ਅਸੀਂ ਆਮ ਹੀ ਕਿਤਾਬਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਸਾਰੇ ਜਾਣਦੇ ਹਾਂ ਕਿ ਉਸ ਸਮੇਂ ਜਦੋਂ ਛੂਆ-ਛੂਤ ਦੀ ਬਿਮਾਰੀ ਆ ਜਿਹੜੀ ਇਹ ਸਮਾਜ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਸੀ ਕਿ ਦਲਿਤ ਸਮਾਜ ਦੇ ਲੋਕਾਂ ਨੂੰ ਪੜ੍ਹਨ ਦਾ ਹੀ ਅਧਿਕਾਰ ਨਹੀਂ ਸੀ। ਉਸ ਸਮੇਂ ਇੰਨੀਆਂ ਡਿਗਰੀਆਂ ਹਾਸਲ ਕਰਨਾ, ਇੰਨੀ ਉੱਚ ਪੱਧਰ ਦੀ ਪੜ੍ਹਾਈ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਨਿਵੇਕਲੀ ਗੱਲ ਸੀ। ਔਰ ਉਹ ਪੜ੍ਹਨ ਤੋਂ ਬਾਅਦ ਵੀ ਉਹਨਾਂ ਨੇ ਇਸ ਗੱਲ ਦੇ ਲਈ ਆਪਣਾ ਸਾਰੀ ਜ਼ਿੰਦਗੀ ਦਾ ਸਮਾਂ ਲਾਇਆ ਕਿ ਸਾਡੇ ਸਮਾਜ ਦੀ ਮੁਕਤੀ ਕਿਵੇਂ ਹੋਵੇ। ਉਹਦੇ ਲਈ ਉਹਨਾਂ ਨੇ ਇੱਕ ਨਾਰਾ ਦਿੱਤਾ, ਪੜੋ ਜੁੜੋ ਸੰਘਰਸ਼ ਕਰੋ, ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਾਰੀਆਂ ਹੀ ਗੱਲਾਂ ਆ ਜਾਂਦੀਆਂ ਨੇ, ਕਿਉਂਕਿ ਪੜ੍ਹੇ ਤੋਂ ਬਿਨਾਂ, ਗਿਆਨ ਤੋਂ ਬਿਨਾਂ ਕੋਈ ਵੀ ਸੰਘਰਸ਼ ਆ ਜਿਹੜਾ ਅਧੂਰਾ। ਔਰ ਜੇ ਕੋਈ ਸੰਘਰਸ਼ ਲੜਨਾ ਤਾਂ ਉਹਦੇ ਲਈ ਇਕਜੁੱਟ ਹੋਣਾ ਜ਼ਰੂਰੀ ਆ। ਇਸ ਕਰਕੇ ਉਹਨਾਂ ਦਾ ਇਹ ਨਾਰਾ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸੰਘਰਸ਼ਾਂ ਦਾ ਜਿਹੜਾ ਉਹ ਪ੍ਰਤੀਕ ਬਣਿਆ। ਬਾਬਾ ਸਾਹਿਬ ਅੰਬੇਦਕਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੱਖਰੇ ਵੱਖਰੇ ਵਿਚਾਰਾਂ ਰਾਹੀਂ ਇਸ ਜਾਤ ਪਾਤ ਤੋਂ ਮੁਕਤੀ ਦੇ ਲਈ ਜਿਹੜਾ ਸੰਘਰਸ਼ ਆ ਉਹ ਕੀਤਾ, ਜਿਹਦੇ ਵਿੱਚ ਉਹਨਾਂ ਨੇ ਅੰਤਰਜਾਤੀ ਵਿਆਹ ਦਾ ਜਿਹੜਾ ਸਿਧਾਂਤ ਆ ਉਹ ਲੈ ਕੇ ਆਂਦਾ। ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਅੰਤਰਜਾਤੀ ਵਿਆਹ ਦੇ ਨਾਲ ਜਿਹੜੀ ਇਹ ਜਾਤ ਪਾਤ ਦਾ ਕੋਡ ਆ ਉਹ ਖਤਮ ਹੋਊਗਾ। ਉਹਨਾਂ ਨੇ ਇਹ ਅੰਤਰਜਾਤੀ ਵਿਆਹ ਕਰਵਾਇਆ ਵੀ, ਪਰ ਇਹ ਅੰਤਰਜਾਤੀ ਵਿਆਹ ਦੇ ਨਾਲ ਜਿਹੜੀ ਛੂਆ-ਛੂਤ ਸੀ ਉਹਦੇ ਉੱਤੇ ਭਾਵੇਂ ਥੋੜੀ ਜਿਹੀ ਸੱਟ ਜ਼ਰੂਰ ਵੱਜੀ, ਪਰ ਉਹ ਜਾਤ ਪਾਤ ਦਾ ਮਸਲਾ ਜਿਹੜਾ ਉੱਥੇ ਦਾ ਉੱਥੇ ਖੜਾ। ਉਹਨਾਂ ਨੇ ਇਸ ਮਸਲੇ ਦਾ ਹੱਲ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਦੇਖਿਆ। ਜੇ ਸਿੱਖ ਧਰਮ ਦੀ ਅਸੀਂ ਇੱਥੇ ਗੱਲ ਕਰੀਏ, ਜਿਹੜਾ
ਸਾਡੇ ਸਮਾਜ ਦਾ ਸਭ ਤੋਂ ਅਗਾਂਹ ਵਧੂ ਧਰਮ ਆ, ਉਹਦੇ ਵਿੱਚ ਵੀ ਜਿਨ੍ਹਾਂ ਗੁਰੂ ਘਰਾਂ ਦੇ ਬਾਹਰ ਲਿਖਿਆ ਹੁੰਦਾ ਵੀ ਜਿਹੜਾ ਸਿੱਖ ਆ ਉਹਦੀ ਕੋਈ ਜਾਤ ਨਹੀਂ, ਜਿਹਦੀ ਜਾਤ ਆ ਉਹ ਸਿੱਖ ਨਹੀਂ, ਪਰ ਉਹਨਾਂ ਗੁਰੂ ਘਰਾਂ ਦੇ ਅੰਦਰ ਪ੍ਰਧਾਨਗੀ ਕਿਹੜੇ ਬੰਦੇ ਨੇ ਦੇਗ ਵੰਡਣੀ ਆ ਉਹਦੀ ਜਾਤ ਆ ਜਿਹੜੀ ਅੱਜ ਵੀ ਪਰਖੀ ਜਾਂਦੀ ਆ। ਅੱਜ ਵੀ ਆਪਦੇ ਹੱਕਾਂ ਦੀ ਮੰਗ ਕਰਦੇ ਦਲਿਤਾਂ ਦਾ ਜਿਹੜਾ ਬਾਈਕਾਟ ਦੀ ਅਨਾਉਂਸਮੈਂਟ ਆ ਉਹਦਾ ਸੁਨੇਹਾ ਉਹਨਾਂ ਹੀ ਗੁਰੂ ਘਰਾਂ ਦੇ ਵਿੱਚੋਂ ਦਿੱਤਾ ਜਾਂਦਾ। ਅੱਜ ਵੀ ਉਹ ਸਿੱਖ ਨੇ ਜਿਹੜੇ ਉਹ ਮਜ਼੍ਹਬੀ ਸਿੱਖ, ਰਮਦਾਸੀਆ ਸਿੱਖ, ਜੱਟ ਸਿੱਖ ਦੇ ਵਿੱਚ ਬਣ ਗਏ। ਇਸ ਕਰਕੇ ਉਹ ਧਰਮ ਦੀ ਤਬਦੀਲੀ ਵੀ ਜਿਹੜੀ ਆ ਉਹ ਉਸ ਜਾਤ ਦੇ ਕੋਡ ਨੂੰ ਖਤਮ ਨਹੀਂ ਕਰ ਸਕੀ। ਉਹਨਾਂ ਨੇ ਸੰਵਿਧਾਨ ਦੇ ਰਾਹੀਂ, ਕਾਨੂੰਨ ਦੇ ਰਾਹੀਂ, ਜਾਂ ਕਹਿ ਲਈਏ ਰਿਜ਼ਰਵੇਸ਼ਨ ਰਾਹੀਂ ਇਸ ਜਾਤ ਪਾਤ ਦੇ ਕੋਡ ਦਾ ਜਿਹੜਾ ਫਸਤਾ ਵੱਢਣ ਦੇ ਲਈ ਉਹ ਕੋਸ਼ਿਸ਼ ਕੀਤੀ। ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਲਿਆ ਕੇ ਜਦੋਂ ਉਹ ਕਾਨੂੰਨ ਮੰਤਰੀ ਬਣੇ ਉਦੋਂ ਪਹਿਲਾਂ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਬਹੁਤ ਸਾਰੇ ਸੰਘਰਸ਼ ਲੜੇ, ਜਿਹਦੇ ਵਿੱਚ ਇੱਕ ਪੱਖ ਸੀ ਕਿ ਰਿਜ਼ਰਵੇਸ਼ਨ ਲਿਆ ਕੇ ਇਸ ਜਾਤ ਪਾਤ ਨੂੰ ਜਿਹੜਾ ਉਹ ਖਤਮ ਕਰਨ ਦੀ ਉਹਨਾਂ ਨੇ ਗੱਲ ਸੋਚੀ। ਪਰ ਅੱਜ ਜਦੋਂ ਉਹਨਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਆ ਤਾਂ ਸਿਰਫ ਸੰਵਿਧਾਨ ਨਿਰਮਾਤਾ ਦੇ ਨਾਂ ਤੇ ਵੀ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਤੇ ਉਹਨੂੰ ਸੰਵਿਧਾਨ ਨੂੰ ਬਚਾਉਣ ਤੱਕ ਹੀ ਜਿਹੜੀ ਸਾਡੀ ਲੜਾਈ ਆ ਉਹ ਸੀਮਿਤ ਹੋ ਜਾਂਦੀ ਆ। ਇਸ ਤੋਂ ਵੀ ਅੱਗੇ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੀ ਪਿੰਡੂ ਖੇਤਰ ਦੇ ਮਜ਼ਦੂਰਾਂ ਦੀ ਜ਼ਮੀਨ ਦੀ ਗੱਲ ਕੀਤੀ ਸੀ, ਉਸ ਜ਼ਮੀਨ ਦੀ ਗੱਲ ਆ ਜਿਹੜੀ ਅੱਜ ਜਿਹੜੇ ਲੋਕ ਬਾਬਾ ਸਾਹਿਬ ਦਾ ਨਾਮ ਜਪਦੇ ਨੇ ਉਸ ਲੜਾਈ ਤੋਂ ਕਿਤੇ ਨਾ ਕਿਤੇ ਉਹ ਪਾਸਾ ਵੱਟਦੇ ਨਜ਼ਰ ਆਉਂਦੇ ਨੇ। ਇਸ ਕਰਕੇ ਸਾਨੂੰ ਉਹਨਾਂ ਸਾਰੇ ਪੱਖਾਂ ਦੇ ਉੱਤੇ ਅੱਜ ਜਿਹੜੀ ਨਿਗਾਹ ਮਾਰਨ ਦੀ ਲੋੜ ਆ ਕਿ ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਇਹ ਸੰਘਰਸ਼ ਕੀਤਾ। 1927 ਦੇ ਵਿੱਚ ਮਨੂ ਸਮ੍ਰਿਤੀ ਨੂੰ ਜਲਾ ਕੇ ਉਸ ਸਮੇਂ ਦੇ ਬ੍ਰਾਹਮਣਵਾਦ ਦੇ ਖਿਲਾਫ ਉਹਨਾਂ ਦਾ ਸਭ ਤੋਂ ਵੱਡਾ ਚੈਲੰਜ ਸੀ ਇਹ। ਉਸ ਸਮੇਂ ਜਦੋਂ ਇਹ ਗਲਬਾ ਇੱਥੇ ਹਾਕਮ ਧਿਰਾਂ ਦੇ ਵਿੱਚ ਮੌਜੂਦ ਸੀ, ਜਿਨ੍ਹਾਂ ਦਾ ਰਾਜ ਚੱਲਦਾ ਸੀ, ਉਹਨਾਂ ਦੇ ਖਿਲਾਫ ਹੀ ਜਿਹੜਾ ਏਡੀ ਵੱਡੀ ਆਵਾਜ਼ ਚੁੱਕਣਾ, ਉਹ ਮਨੂ ਸਮ੍ਰਿਤੀ ਨੂੰ ਜਲਾਉਣਾ, ਇਹ ਉਸ ਸਮੇਂ ਆਪਦੇ ਆਪ ਦੇ ਵਿੱਚ ਇੱਕ ਵੱਡੀ ਬਗਾਵਤ ਸੀ। ਮੈਨੂੰ ਲੱਗਦਾ ਵੀ ਇਹ ਬਹੁਤ ਖੁਸ਼ੀ ਦੀ ਗੱਲ ਆ ਤੇ ਸਾਡਾ ਸੈਮੀਨਾਰ ਇਹ ਸਫਲ ਆ। ਜਿਹੜੇ ਅੱਜ ਇਹ ਸਵਾਲ ਆਏ ਨੇ ਉਹਨਾਂ ਦੇ ਉੱਤੇ ਜਿਹੜੀ ਚਰਚਾ ਹੋਣ ਦੇ ਲਈ ਸਾਡੇ ਲੋਕ ਜਿਹੜੇ ਨੇ ਉਹ ਤਿਆਰ ਹੋ ਕੇ ਆਏ ਨੇ, ਇਹ ਬਹੁਤ ਚੰਗੀ ਗੱਲ ਆ ਤੇ ਆਪਾਂ ਕੱਲੇ ਸਵਾਲ ਦੇ ਉੱਤੇ ਜਿਹੜੀ ਚਰਚਾ ਉਹ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਕੇਵਲ ਸਿੰਘ ਜੀ ਉਹਨਾਂ ਨੇ ਗੱਲ ਕੀਤੀ ਆ ਵੀ ਸੱਤਾ ਦੀ ਗੱਲ ਕੀਤੀ ਆ। ਦੇਖੋ, ਮੈਂ ਇੱਕ ਗੱਲ ਨੂੰ ਸਾਫ਼ ਕਰ ਦੇਵਾਂ ਵੀ ਮੈਂ ਇਸ ਗੱਲ ਤੋਂ ਸਾਡੀ ਸੰਘਰਸ਼ ਕਮੇਟੀ ਇਨਕਾਰੀ ਨਹੀਂ ਵੀ ਸੱਤਾ ਤੋਂ ਬਿਨਾਂ ਜਿਹੜਾ ਇਹਦਾ ਹੱਲ ਨਹੀਂ ਹੈ। ਪਰ ਕੱਲੀ ਜੇ ਅਸੀਂ ਕਹੀਏ ਵੀ ਉਹ ਵੋਟ ਪਾ ਕੇ ਹੀ ਸਾਰੀ ਸੱਤਾ ਦੀ ਤਬਦੀਲੀ ਹੋ ਜਾਣੀ ਹੈ ਜਾਂ ਸੱਤਾ ਦੇ ਕਾਬਜ ਹੋ ਜਾਣਾ, ਤਾਂ ਇਹਦੇ ਤੇ ਮੇਰੇ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਹੀ ਇਸ ਗੱਲ ਨੂੰ ਸਾਫ਼ ਕਰ ਗਏ ਸੀ। ਕਿਉਂਕਿ ਜਦੋਂ ਅਸੀਂ ਪੂਨਾ ਪੈਕਟ ਨੂੰ ਦੇਖਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਦੋ ਤਰ੍ਹਾਂ ਦੇ ਵੋਟ ਦੇ ਅਧਿਕਾਰ ਦੀ ਗੱਲ ਕੀਤੀ ਸੀ, ਉਹ ਦੋ ਤਰ੍ਹਾਂ ਦੇ ਅਧਿਕਾਰ ਦੀ ਗੱਲ ਇਸੇ ਕਰਕੇ ਕੀਤੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਜੇ ਐਵੇਂ ਜਿਹੜਾ ਵੋਟ ਦਾ ਅਧਿਕਾਰ ਅੱਜ ਸਾਨੂੰ ਮਿਲਿਆ ਉਹਦੇ ਰਾਹੀਂ ਉਹਨਾਂ ਨੂੰ ਲੱਗਦਾ ਨਹੀਂ ਸੀ ਵੀ ਹੱਲ ਹੋਊ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਹੀ ਬੰਦਾ ਹੋਵੇ ਤੇ ਸਾਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੋਵੇ। ਉਹਨਾਂ ਨੇ ਜਿਹੜੀ ਉਸ ਵੋਟ ਦਾ ਅਧਿਕਾਰ ਮੰਗਿਆ ਸੀ ਉਹ ਵੋਟ ਦਾ ਅਧਿਕਾਰ ਆ ਜਿਹੜਾ ਨਹੀਂ ਮਿਲਿਆ। ਇਸ ਕਰਕੇ ਇਸ ਗੱਲ ਨੂੰ ਉਦੋਂ ਬਾਬਾ ਸਾਹਿਬ ਹੀ ਕਲੀਅਰ ਕਰ ਗਏ ਸੀ। ਪਰ ਹਾਂ, ਜੇ ਵੋਟ ਦਾ ਅਧਿਕਾਰ ਮਿਲਿਆ ਠੀਕ ਆ, ਇਹਦਾ ਸਾਨੂੰ ਇਹਦੀ ਬਹੁਤ ਸਾਰੀ ਸਹੂਲਤ ਆ। ਇਸ ਜਿਹੜੀ ਜ਼ਮੀਨ ਦੇ ਸਵਾਲ ਦੀ ਗੱਲ ਆ ਤਾਂ ਵੀ ਉਹ ਸੱਤਾ ਆਉਣ ਤੋਂ ਬਾਅਦ ਹੀ ਜਿਹੜੀ ਜ਼ਮੀਨ ਆ ਉਹ ਮਿਲੂਗੀ, ਤਾਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਬਿਲਕੁਲ ਇੱਕ ਸਵਾਲ ਜਦੋਂ ਝਲੂਰ ਕਾਂਡ ਵਾਪਰਿਆ, ਜਦੋਂ ਮਾਤਾ ਗੁਰਦੇਵ ਕੌਰ ਦੀ ਸ਼ਹਾਦਤ ਹੋਈ ਆ, ਪਿੰਡ ਦੇ ਵਿੱਚ ਮਜ਼ਦੂਰਾਂ ਦੇ ਸਿਰਾਂ ਦੇ ਵਿੱਚੋਂ ਲਹੂ ਚੋ ਰਿਹਾ ਸੀ, ਤਾਂ ਮੀਡੀਆ ਦੇ ਨਾਲ ਇੱਕ ਇਹੀ
ਗੱਲ ਆ ਜਿਹੜੀ ਉਥੋਂ ਡਾਕਟਰ ਮੱਖਣ ਜੀ ਨੇ ਉਹਨਾਂ ਨੇ ਕਹੀ ਸੀ ਵੀ ਇਹ ਤਾਂ ਕੋਈ ਜਿਹੜਾ ਐਵੇਂ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਇਹ ਤਾਂ ਗੁੰਮਰਾਹ ਕਰ ਰਹੀ ਆ, ਐਵੇਂ ਕੁਝ ਨਹੀਂ ਹੁੰਦਾ। ਜਾਂ ਤੋਲੇ ਵਾਲੇ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ 33 ਸਾਲੇ ਪਟੇ ਦਾ ਕੋਈ ਕਾਨੂੰਨ ਨਹੀਂ ਹੈ, ਇਹ ਤਾਂ ਐਵੇਂ ਜਿਹੜੀ ਪਿੰਡਾਂ ਦੀ ਭਾਈਚਾਰਕ ਸਾਂਝ ਆ ਉਹਨੂੰ ਤੋੜਨ ਦੀ ਗੱਲ ਹੋ ਰਹੀ ਆ। ਤਾਂ ਮੈਨੂੰ ਲੱਗਦਾ ਠੀਕ ਆ, ਜਦੋਂ ਸੱਤਾ ਹੋਊਗੀ ਉਦੋਂ ਅਸੀਂ ਜਿੰਨਾ ਕੁਝ ਕਰ ਸਕਦੇ ਹੋਵਾਂਗੇ ਉਦੋਂ ਕਰਨਾ ਚਾਹੀਦਾ, ਪਰ ਜੇ ਅੱਜ ਸੱਤਾ ਨਹੀਂ ਹੈ ਤਾਂ ਕੀ ਸਾਨੂੰ ਇਸ ਸਵਾਲ ਨੂੰ ਸੰਬੋਧਿਤ ਨਹੀਂ ਹੋਣਾ ਚਾਹੀਦਾ? ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਉਹ ਕਾਨੂੰਨ ਮੰਤਰੀ ਸੀ ਉਹ ਰਹਿੰਦੇ ਹੋਏ ਜਿੰਨਾ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ, ਪਰ ਕੀ ਉਹਨਾਂ ਨੇ ਕੋਸ਼ਿਸ਼ ਛੱਡਤੀ? ਉਹਨਾਂ ਨੇ ਆਪਣੀ ਪੂਰੀ ਲਾਈਫ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਤਜਰਬੇ ਕੀਤੇ, ਕਿੰਨਿਆਂ ਕੁ 'ਚੋਂ ਸਫਲ ਹੋਏ ਕਿੰਨਿਆਂ 'ਚ ਨਹੀਂ ਹੋਏ ਇਹ ਵੱਖਰੀ ਗੱਲ ਆ। ਪਰ ਜੇ ਅਸੀਂ ਕਹਿੰਦੇ ਆ ਵੀ ਸੱਤਾ ਹਾਸਲ ਕਰਕੇ ਹੀ ਜ਼ਮੀਨ ਹਾਸਲ ਹੋ ਸਕਦੀ ਆ, ਤਾਂ ਅੱਜ ਲਗਭਗ 18,000 ਬਿੱਘਾ ਜ਼ਮੀਨ ਜਿਹੜੀ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਦੇ ਦਲਿਤ ਵਾਹ ਰਹੇ ਨੇ, ਉਹ ਸੱਤਾ ਦੀ ਪ੍ਰਾਪਤੀ ਤੋਂ ਬਿਨਾਂ ਹੀ ਜਿਹੜੀ ਹਾਸਲ ਹੋਈ ਆ। ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਕਣਕ ਵੀ ਆਉਂਦੀ ਆ, ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਹਰਾ ਚਾਰਾ ਵੀ ਡੰਗਰਾਂ ਲਈ ਆਉਂਦਾ। ਇਹ ਤਬਦੀਲੀ ਉਸ ਸੰਘਰਸ਼ ਨੇ ਦਿੱਤੀ ਆ, ਨਾ ਕਿ ਜੇ ਉਹ ਇਸ ਗੱਲ ਦੀ ਉਡੀਕ ਕਰਦੇ ਤਾਂ ਸ਼ਾਇਦ 1 ਜਾਂ 2 ਪੀੜ੍ਹੀਆਂ ਇਸ ਗੱਲ ਲਈ ਲੱਗ ਜਾਂਦੀਆਂ ਵੀ ਪਹਿਲਾਂ ਸੱਤਾ ਆਊਗੀ ਤੇ ਫੇਰ ਹੀ ਸਾਡਾ ਜਿਹੜਾ ਉਹ ਜੀਵਨ ਆ ਉਹ ਬਦਲ ਸਕਦਾ। ਦੂਜੀ ਗੱਲ ਜਿਹੜੀ ਉਹਨਾਂ ਨੇ ਜ਼ਮੀਨ ਵੰਡਣ ਦੀ ਗੱਲ ਕੀਤੀ ਆ ਯੂਪੀ ਦੇ ਵਿੱਚ, ਜੇ ਉਹ ਕੁਝ ਅੰਕੜਿਆਂ ਦੇ ਨਾਲ ਇਹਦਾ ਜਵਾਬ ਦਿੰਦੇ ਤਾਂ ਸ਼ਾਇਦ ਮੈਂ ਇਹਦਾ ਹੋਰ ਵਧੀਆ ਜਵਾਬ ਦੇ ਸਕਦਾ। ਪਰ ਜੇ 3 ਏਕੜ ਜ਼ਮੀਨ ਉੱਥੇ ਵੰਡੀ ਗਈ ਆ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਬਾਦਲ ਹੋਰਾਂ ਨੇ ਬਿਜਲੀ ਦੇ ਬਿੱਲ ਮਾਫ ਕਰਤੇ। ਆਟਾ ਦਾਲ ਦੀ ਸਕੀਮ ਆ ਜਿਹੜੀ ਉਹ ਵੀ ਸਾਨੂੰ ਮਿਲ ਰਹੀ ਆ ਸਾਡੇ ਸਰਕਾਰਾਂ ਵੱਲੋਂ। ਸਾਨੂੰ 5-5 ਮਰਲੇ ਦੇ ਪਲਾਟ ਵੀ ਜਿਹੜੇ ਦਿੱਤੇ ਗਏ ਨੇ ਪਾਉਣ ਵਾਸਤੇ, ਉਹਦੇ ਉੱਤੇ ਉਸਾਰੀ ਵਾਸਤੇ। ਐਵੇਂ ਦੀਆਂ ਰਹਿਤਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ, ਉਹ ਜਿਹੜਾ ਸੱਤਾ ਦੇ ਵਿੱਚ ਹੁੰਦਾ ਉਹ ਵੋਟ ਬੈਂਕ ਨੂੰ ਜਮ੍ਹਾਂ ਕਰਨ ਲਈ ਕਰਦਾ, ਪਰ ਕੀ ਉੱਥੇ ਸਰਕਾਰ ਬਣਾਉਣ ਤੋਂ ਬਾਅਦ ਉਹਨਾਂ ਜਿਹੜੇ ਸਰਦਾਰਾਂ ਨੂੰ, ਉਹਨਾਂ ਜ਼ਗੀਰਦਾਰਾਂ ਨੂੰ, ਉਹਨਾਂ ਭੂਮੀਪਤੀਆਂ ਨੂੰ ਮਾਇਆਵਤੀ ਨੇ ਛੇੜਿਆ, ਉਹਨਾਂ ਤੋਂ ਜ਼ਮੀਨ ਖੋਣ ਦੀ ਗੱਲ ਕੀਤੀ, ਉਸ ਜ਼ਮੀਨ ਦੀ ਵੰਡ ਦੀ ਜਿਹਦੀ ਬਾਬਾ ਸਾਹਿਬ ਅੰਬੇਦਕਰ ਗੱਲ ਕਰਦੇ ਸੀ ਵੀ ਜਿਹੜੀ ਜ਼ਮੀਨ ਆ ਉਹਦੀ ਕਾਣੀ ਵੰਡ ਆ, ਕੀ ਉਸ ਕਾਣੀ ਵੰਡ ਨੂੰ ਉਹ ਸੱਤਾ 'ਚ ਆਉਣ ਤੋਂ ਬਾਅਦ ਉਹਨਾਂ ਨੇ ਸੰਬੋਧਨ ਹੋਏ? ਇਹ ਸਵਾਲ ਆ ਜਿਹੜਾ ਉਹ ਜ਼ਰੂਰੀ ਆ। ਮੈਨੂੰ ਲੱਗਦਾ ਵੀ ਉਸ ਪਾਸੇ ਵੱਲੋਂ ਜਿਹੜਾ ਕੋਈ ਵੀ ਕਦਮ ਨਹੀਂ ਕੀਤਾ ਗਿਆ। ਪਰ ਹਾਂ, ਜਿਹੜੀਆਂ ਇਹ ਰਹਿਤਾਂ ਨੇ ਤਾਂ ਮੌਜੂਦਾ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਨੇ ਉਹ ਆਪਣੇ ਲੋਕਾਂ ਨੂੰ, ਆਪਣੇ ਵੋਟ ਬੈਂਕ ਨੂੰ ਬਣਾਉਣ ਦੇ ਲਈ ਉਹ ਸਾਰੇ ਕਿਤੇ ਇਹ ਟੈਕਟਸ ਵਰਤਦੇ ਨੇ। ਤੇ ਜੇ ਉੱਥੇ ਵੀ ਇਹ ਰਹਿਤ ਮਿਲੀ ਹੋਊਗੀ ਤਾਂ ਮੈਨੂੰ ਲੱਗਦਾ ਵੀ ਉਹ ਸਾਰੀ ਸੂਬਿਆਂ ਦੇ ਵਿੱਚ ਇਹ ਹੁੰਦਾ ਵੀ ਉਹ ਕੁਛ ਨਾ ਕੁਛ ਰਹਿਤ ਦਿੰਦੇ ਨੇ। ਦੂਜਾ ਸਵਾਲ ਸੀਗਾ ਸੰਘਰਸ਼ ਦੌਰਾਨ ਕੀ ਸਮੱਸਿਆਵਾਂ ਆਈਆਂ ਜਾਂ ਮੁਲਾਜ਼ਮਾਂ ਦਾ ਜਿਹੜਾ ਕਿਵੇਂ ਦਾ ਸਹਿਯੋਗ ਰਿਹਾ। ਸੰਘਰਸ਼ ਦੌਰਾਨ ਇਹ ਸਾਫ਼ ਸੀ, ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਆ ਤਾਂ ਸ਼ੁਰੂ ਦੇ ਵਿੱਚ ਸਾਨੂੰ ਇੱਕੋ ਹੀ ਗੱਲ ਕਹੀ ਜਾਂਦੀ ਸੀ ਵੀ ਦਲਿਤਾਂ ਦੀ ਕੋਈ ਜ਼ਮੀਨ ਨਹੀਂ ਹੁੰਦੀ, ਜਾਂ ਇਹ ਕਿਹਾ ਗਿਆ ਵੀ ਤੁਸੀਂ ਖੇਤੀ ਨਹੀਂ ਕਰ ਸਕਦੇ, ਤੁਸੀਂ ਸੀਰੀ ਸਾਂਝੀ ਰਲ ਸਕਦੇ ਹੋ ਪਰ ਤੁਹਾਡੇ ਕੋਲੇ ਆਪਦੀ ਜ਼ਮੀਨ ਨਹੀਂ ਹੋ ਸਕਦੀ। ਪਰ ਮੇਰੇ ਯਾਦ ਆ ਅਸੀਂ ਇਸ ਜ਼ਮੀਨ ਨੂੰ ਹਾਸਲ ਕਰਨ ਦੇ ਲਈ ਜਦੋਂ ਪਹਿਲੀ ਵਾਰ ਬਲਦ ਕਲਾਂ ਦੇ ਵਿੱਚ ਪੁਲਿਸ ਦੇ ਲਾਠੀ ਚਾਰਜ ਦਾ ਸਾਹਮਣਾ ਕੀਤਾ, ਬੋਪਰ ਦੇ ਵਿੱਚ ਸਾਡੇ ਸਮਾਜ ਦਾ ਬਾਈਕਾਟ ਹੋਇਆ, ਮਤੋਈ ਪਿੰਡ ਦੇ ਵਿੱਚ ਜਿਹੜੇ ਸਾਡੇ ਆਗੂ ਸੀ ਉਹਨਾਂ ਦੀ ਕੁੱਟਮਾਰ ਹੋਈ। ਇਹ 3 ਪਿੰਡ ਪਹਿਲੀ ਵਾਰ 2014 ਦੇ ਵਿੱਚ ਜਦੋਂ ਇਹ ਉੱਭਰ ਕੇ ਆਏ ਨੇ ਤਾਂ ਤਿੰਨਾਂ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀ ਪੋਜੀਸ਼ਨ ਸੀ। ਔਰ ਉਸ ਸਮੇਂ 2 ਮਹੀਨੇ ਜਿਹੜੇ 41 ਬੰਦੇ ਬਲਦ ਕਲਾਂ ਦੇ ਸਮੇਤ ਬਾਕੀ ਪਿੰਡਾਂ ਦੇ ਜੇਲ੍ਹ ਦੇ ਵਿੱਚ ਵੀ ਰਹੇ। ਅਖੀਰ ਨੂੰ ਸਿਰਫ ਇੱਕ ਸੀਜ਼ਨ ਵਾਸਤੇ ਕਣਕ ਬੀਜਣ ਵਾਸਤੇ ਜਿਹੜੀ ਉਹ ਜ਼ਮੀਨ ਆ ਸਾਨੂੰ ਮਿਲੀ। ਔਰ ਉਦੋਂ ਪੰਜਾਬੀ ਟ੍ਰਿਬਿਊਨ ਦੇ, ਅੰਗਰੇਜ਼ੀ ਟ੍ਰਿਬਿਊਨ ਦੇ 2 ਪੰਨਿਆਂ ਦੇ ਉੱਤੇ ਇਸ ਗੱਲ ਦੀ ਸਟੋਰੀ ਛਪੀ ਸੀ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਝਾੜ ਉਸ ਸਮੇਂ ਬਲਦ ਕਲਾਂ ਦੀ ਪੰਚਾਇਤੀ ਜ਼ਮੀਨ ਚੋਂ ਪੰਜਾਬ ਦੇ ਦਲਿਤਾਂ ਨੇ ਕੀਤਾ ਸੀ। ਔਰ ਇਹ ਆਪਦੇ ਆਪ ਦੇ ਵਿੱਚ ਉਹਨਾਂ ਲੋਕਾਂ ਲਈ ਮੂੰਹ ਤੋੜਵਾਂ ਜਵਾਬ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ ਜ਼ਮੀਨ ਨਹੀਂ ਰੱਖ ਸਕਦੇ। ਔਰ
ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀ ਇਹ ਲੜਾਈ ਆ ਉਹ ਅੱਗੇ ਵੱਲ ਨੂੰ ਵਧੀ, ਜਿਹਦੇ 'ਚ ਸਟੈਪ ਬਾਈ ਸਟੈਪ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸੀ। ਸਟਾਰਟਿੰਗ ਦੇ ਵਿੱਚ ਉਹਨਾਂ ਨੇ ਪੁਲਿਸ ਦੇ ਲਾਠੀ ਚਾਰਜ ਰਾਹੀਂ, ਉਹਨਾਂ ਨੇ ਝੂਠੇ ਮੁਕੱਦਮੇ ਦਰਜ ਕਰਕੇ, ਇਸ ਤੋਂ ਬਿਨਾਂ ਜਾਤ ਦੇ ਨਾਂ ਤੇ ਲੋਕਾਂ ਨੂੰ ਆਪਸ ਦੇ ਵਿੱਚ ਪਾੜਨ ਦੇ ਲਈ ਵੀ ਪਿੰਡਾਂ ਦੇ ਵਿੱਚ ਕਿਤੇ ਮਜ਼੍ਹਬੀ ਸਿੰਘਾਂ ਦੀ ਗਿਣਤੀ ਜਿਹੜੀ ਘੱਟ ਆ, ਰਮਦਾਸੀਆਂ ਦੀ ਵੱਧ ਆ, ਕਿਤੇ ਦੂਜਿਆਂ ਦੀ ਵੱਧ ਆ, ਉਹਨਾਂ ਦੀ ਘੱਟ ਆ, ਇਸ ਨਾਂ ਤੇ ਵੀ ਬਰਾਬਰ ਜ਼ਮੀਨ ਵੰਡੋ, 2 ਹਿੱਸੇ ਹੋਣ, ਇਸ ਨਾਂ ਤੇ ਉਹਨਾਂ ਨੂੰ ਆਪਸ 'ਚ ਪਾੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਿਨਾਂ ਜਲੂਰ ਇਸ ਸਾਰੇ ਦਾ ਸਿਖਰ ਸੀ, ਜਿੱਥੇ ਉਹਨਾਂ ਨੇ ਪਿੰਡਾਂ ਦੇ ਜਿਹੜੇ ਗੁੰਡਿਆਂ ਰਾਹੀਂ, ਉਹਨਾਂ ਚੌਧਰੀਆਂ ਰਾਹੀਂ ਪਿੰਡ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਤੇ ਹਮਲਾ ਕਰਾ ਕੇ, ਇੱਥੋਂ ਤੱਕ ਕਿ ਉੱਥੇ ਮਾਤਾ ਗੁਰਦੇਵ ਕੌਰ ਦੀ ਸ਼ਹਾਦਤ ਹੋਈ ਆ ਤੇ ਲਗਭਗ 37 ਬੰਦੇ ਸੀ ਜਿਨ੍ਹਾਂ ਦੇ ਸਿਰ ਪਾੜੇ, ਬਾਹਾਂ ਟੁੱਟੀਆਂ, ਕਿਸੇ ਦੀ ਲੱਤ ਟੁੱਟੀ। ਇਹ ਸਾਰਾ ਜਿਹੜਾ ਉਸ ਚੀਜ਼ ਦਾ ਸਾਹਮਣਾ ਉਹ ਕਰਨਾ ਪਿਆ। ਔਰ ਇਸ ਤੋਂ ਅਗਲੀ ਗੱਲ, ਉਹਨਾਂ ਨੇ ਇੱਕ ਇਹ ਪ੍ਰਚਾਰ ਵੀ ਚਲਾਇਆ ਵੀ ਤੁਹਾਨੂੰ ਨਾ ਝੰਡਾ ਚੱਕਣ ਦੀ ਲੋੜ ਆ, ਨਾ ਜਥੇਬੰਦੀ ਬਣਾ ਕੇ ਧਰਨਾ ਲਾਉਣ ਦੀ ਲੋੜ ਆ। ਜਿਹੜੇ ਪਿੰਡਾਂ ਦੇ ਚੌਧਰੀ ਸੀ ਉਹਨਾਂ ਨੇ ਇਸ ਮਸਲੇ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ, ਜਥੇਬੰਦੀ ਨੂੰ ਫੰਡ ਦੇਣ ਦੀ ਲੋੜ ਨਹੀਂ, ਤੁਹਾਨੂੰ ਅਸੀਂ ਜ਼ਮੀਨਾਂ ਐਵੇਂ ਹੀ ਦੇ ਦਿੰਦੇ ਹਾਂ, ਜਿਹਦਾ ਮਤਲਬ ਸੀ ਇਸ ਆਰਗੇਨਾਈਜੇਸ਼ਨ ਨੂੰ ਖਤਮ ਕਰਨਾ। ਪਰ ਅਸੀਂ ਜਿਹੜਾ ਇਹਨਾਂ ਸਾਰੀਆਂ ਉਹਨਾਂ ਦੀਆਂ ਚਾਲਾਂ ਦਾ ਉਹ ਜਵਾਬ ਦਿੰਦੇ ਰਹੇ ਹਾਂ। ਇਹ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ, ਔਰ ਜਿੱਥੇ ਤੱਕ ਜਿਹੜਾ ਮੁਲਾਜ਼ਮਾਂ ਦਾ ਰੋਲ ਰਿਹਾ, ਉਹਦੇ 'ਚ ਮੈਨੂੰ ਲੱਗਦਾ ਵੀ ਜਿੰਨਾ ਸਾਡਾ ਤਜਰਬਾ ਰਿਹਾ, 10% ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਬਿਨਾਂ ਬਾਕੀ ਜਿਹੜੇ ਮੁਲਾਜ਼ਮ ਨੇ ਉਹ ਇਸ ਗੱਲ ਤੋਂ ਪਿੱਛੇ ਹਟੇ ਰਹੇ ਨੇ। ਹਾਲਾਂਕਿ ਬਹੁਤ ਸਾਰੇ ਮੁਲਾਜ਼ਮ ਜਿਹੜੇ ਇਸੇ ਡਿਪਾਰਟਮੈਂਟ ਨਾਲ ਸਾਡੇ ਨਾਲ ਸੰਬੰਧਿਤ ਸੀ, ਉਹ ਸਾਡੇ ਉਸ ਸਮੇਂ ਫੋਨ ਚੱਕਣ ਤੋਂ ਵੀ ਜਿਹੜਾ ਉਹ ਕਿਨਾਰਾ ਕਰਨ ਲੱਗੇ ਸੀ ਵੀ ਤੁਹਾਡਾ ਫੋਨ ਚੱਕੇ ਤੇ ਪੁਲਿਸ ਆ ਜਿਹੜੀ ਕਿਤੇ ਸਾਡੇ ਵੱਲ ਨੂੰ ਉਂਗਲੀ ਨਾ ਕਰ ਲਵੇ, ਇਸ ਕਰਕੇ ਅਸੀਂ ਜਿਹੜਾ ਉਹ ਸਾਡੇ ਨਾਲ ਤੁਸੀਂ ਫੋਨ ਤੇ ਵੀ ਗੱਲਬਾਤ ਨਾ ਕਰੋ। ਇਸ ਤਰ੍ਹਾਂ ਦਾ ਵੀ ਸਾਹਮਣਾ ਕਰਨਾ ਪਿਆ। ਤੇ ਇੱਕ ਸੈਕਸ਼ਨ ਉਹ ਵੀ ਸੀ ਜਿਨ੍ਹਾਂ ਨੇ ਜਲੂਰ ਕਾਂਡ ਵੇਲੇ ਜਦੋਂ ਸਾਡੇ ਸਾਰੇ ਵਹੀਕਲ ਟੁੱਟ ਗਏ ਸੀ, ਇੰਨੇ ਲੋਕ ਜ਼ਖਮੀ ਸੀ, ਉਹਨਾਂ ਦੇ ਇਲਾਜ ਦੇ ਉੱਤੇ, ਉਹਨਾਂ ਦੀ ਭਰਪਾਈ ਦੇ ਉੱਤੇ, ਉਹਨਾਂ ਦੇ ਘਰਾਂ ਦੀ ਜਿਹੜੀ ਭੰਨ ਤੋੜ ਹੋਈ ਸੀ, ਉਹਨੂੰ ਮੇਨਟੇਨੈਂਸ ਵਾਸਤੇ ਜਦੋਂ ਦੁਬਾਰਾ ਕਹਿ ਲਈਏ ਵੀ ਮੁੜ ਵਸਾਉਣ ਦੀ ਲੋੜ ਸੀ, ਤਾਂ ਉਸ ਸਮੇਂ ਲੱਖਾਂ ਰੁਪਏ ਦਾ ਜਿਹੜਾ ਖਰਚਾ ਹੋਇਆ ਉਹ ਵੀ ਸਾਡੇ ਮੁਲਾਜ਼ਮ ਜਾਂ ਉਹ ਵਿਦੇਸ਼ 'ਚ ਬੈਠੇ ਜਿਹੜੇ ਸਾਥੀ ਸੀ ਉਹਨਾਂ ਨੇ ਕੀਤਾ। ਇਸ ਕਰਕੇ ਇਹ ਦੋਵੇਂ ਤਰ੍ਹਾਂ ਦਾ ਜਿਹੜਾ ਸੈਕਸ਼ਨ ਆ ਉਹ ਸਾਨੂੰ ਉੱਥੇ ਪਿੰਡਾਂ ਦੇ ਵਿੱਚ ਮਿਲਿਆ। ਤੀਸਰਾ ਆਪਣਾ ਸਵਾਲ ਸੀਗਾ ਕਿ ਜਾਤੀ ਵਿਵਸਥਾ ਜਿਹੜੀ ਸਾਰੀ ਦੁਨੀਆ 'ਚ ਆ, ਮੈਨੂੰ ਲੱਗਦਾ ਵੀ ਜਿੰਨੀ ਕਿ ਮੇਰੀ ਜਾਣਕਾਰੀ 'ਚ ਆ, ਜਿਹੜੀ ਜਾਤੀ ਵੰਡ ਭਾਰਤ ਦੇ ਵਿੱਚ ਆ, ਇਸ ਤਰ੍ਹਾਂ ਦੀ ਵੰਡ ਤਾਂ ਨਹੀਂ ਹੈ ਬਾਹਰਲੇ ਮੁਲਕਾਂ ਦੇ ਵਿੱਚ। ਹਾਂ, ਨਸਲੀ ਭੇਦਭਾਵ ਇਹ ਬਹੁਤ ਕੁਝ ਹੈਗਾ, ਪਰ ਜਿਹੜੀ ਭਾਰਤ ਦੇ ਵਿੱਚ ਵੰਡ ਆ, ਇਹ ਜਾਤ ਦੀ ਵੰਡ, ਪੌੜੀਦਾਰ ਵੰਡ ਆ। ਹਰ ਕਿਸੇ ਨੂੰ ਲੱਗਦਾ ਵੀ ਮੇਰੇ ਥੱਲੇ ਤੇ ਮੇਰੇ ਉੱਤੇ ਕੋਈ ਨਾ ਕੋਈ ਹੈਗਾ। ਇਸੇ ਕਰਕੇ ਕਿਤੇ ਨਾ ਕਿਤੇ ਇਹ ਜਿਹੜੀ ਜਾਤ ਦੀ ਵੰਡ ਆ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਹ ਕਿਉਂਕਿ ਜਿਹੜਾ ਵੀ ਬੰਦਾ ਉਹਨੂੰ ਲੱਗਦਾ ਵੀ ਮੇਰੇ ਥੱਲੇ ਵੀ ਕੋਈ ਨਾ ਕੋਈ ਹੈਗਾ। ਇਹ ਤੁਸੀਂ ਜਿੰਨੇ ਵੀ ਬੈਠੇ ਹੋ, ਆਪਾਂ ਸਾਰੇ ਬਹੁਤ ਸਾਰੇ ਵੱਖ-ਵੱਖ ਜਾਤਾਂ ਨਾਲ ਸੰਬੰਧਿਤ ਲੋਕ ਬੈਠੇ ਨੇ, ਉਹ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜਿਹੜੇ ਆਪਣੇ ਚਮਾਰਾਂ ਦੇ ਪਰਿਵਾਰ ਨੇ ਕੀ ਉਹ ਮਜ਼੍ਹਬੀ ਸਿੰਘਾਂ ਦੇ ਰਿਸ਼ਤਾ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਨਹੀਂ, ਇਹ ਸਾਡੇ ਤੋਂ ਥੱਲੇ ਨੇ, ਉਹ ਉਹਨਾਂ ਤੋਂ ਅੱਗੇ ਥੱਲੇ ਉਹ ਹੋਰ ਨੂੰ ਗਿਣ ਲੈਂਦੇ ਨੇ। ਜਿਵੇਂ ਬਾਈ ਉਹਨਾਂ ਨੇ ਉਹ ਸਿੱਖ ਸਿਗਲੀਗਰਾਂ ਦੀ ਗੱਲ ਕੀਤੀ ਸੀ, ਸਾਡੇ ਵਾਲਿਆਂ ਨੂੰ ਲੱਗਦਾ ਵੀ ਉਹ ਹੀਠਾਂ ਨੇ। ਇਸ ਤਰ੍ਹਾਂ ਜਿਹੜੀ ਇਹ ਪੌੜੀਦਾਰ ਵੰਡ ਆ, ਇਸ ਤਰ੍ਹਾਂ ਦੀ ਵੰਡ ਆ ਜਿਹੜੀ ਕਿਤੇ ਹੋਰ ਦੇਸ਼ਾਂ ਦੇ ਵਿੱਚ ਤਾਂ ਨਹੀਂ ਹੈ। ਹਾਂ, ਜਿਹੜੇ ਨਸਲੀ ਭੇਦਭਾਵ ਨੇ ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਮੌਜੂਦ ਨੇ। ਇੱਕ ਸਵਾਲ ਸੀ ਰਿਜ਼ਰਵੇਸ਼ਨ ਤੇ ਵੋਟ ਦੇ ਅਧਿਕਾਰ ਨਾਲ ਕੀ ਮੁਕਤੀ ਸੰਭਵ ਆ। ਦੇਖੋ, ਜਿਹੜਾ ਰਿਜ਼ਰਵੇਸ਼ਨ ਦਾ ਮਾਮਲਾ, ਇਹਨੇ ਇੱਕ ਸਹਾਇਤਾ ਤਾਂ ਕੀਤੀ ਆ, ਪਰ ਮੁਕਤੀ ਦਾ ਜਿਹੜਾ ਰਾਹ ਉਹ ਨਹੀਂ ਇਹ ਬਣ ਸਕਦਾ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਿਰਫ 8% ਜਿਹੜਾ ਆਰਗੇਨਾਈਜ਼ ਸੈਕਟਰ ਆ ਜਿਹਦੇ ਵਿੱਚ ਜੌਬ, 92% ਅਨਆਰਗੇਨਾਈਜ਼ਡ ਸੈਕਟਰ ਆ।
ਔਰ 8% ਦੇ ਵਿੱਚੋਂ ਵੀ ਜਿਹੜੇ ਸਾਡੇ ਲੋਕਾਂ ਦੇ ਹਿੱਸੇ ਆਉਂਦੀ ਆ ਉਹਦੇ ਵਿੱਚੋਂ 2 ਕਰੋੜ ਸਵਾ 2 ਕਰੋੜ ਦੇ ਲਗਭਗ ਜਿਹੜੀ ਟੋਟਲ ਸਰਕਾਰੀ ਨੌਕਰੀ ਆ ਜਿਹੜੇ 2016 ਦੇ ਅੰਕੜੇ ਨੇ ਜਿਹੜੇ ਉਹ ਦੱਸਦੇ ਨੇ। ਪਰ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਆਪਣੇ 33% ਵੀ ਲਾਈਏ, ਹਾਲਾਂਕਿ 33% ਮਿਲਦੀ ਨਹੀਂ ਹੈ, ਤਾਂ ਲਗਭਗ 71-72 ਲੱਖ ਬੰਦਾ ਜਿਹੜਾ ਉਹ ਇਹਨਾਂ ਜੌਬਸ ਦੇ ਵਿੱਚ ਹੈਗਾ। ਪਰ ਹੌਲੀ ਹੌਲੀ ਜਿਹੜੀ ਸਰਕਾਰ ਆ ਉਹ ਇਸ ਸੈਕਟਰ ਨੂੰ ਵੀ ਖਤਮ ਕਰਨ ਲੱਗੀ ਹੋਈ ਆ। ਇਹਦੇ ਵਿੱਚ ਵੀ ਬਹੁਤ ਸਾਰਾ ਠੇਕੇਦਾਰੀ ਸਿਸਟਮ ਆ ਇਸ 8% ਦੇ ਵਿੱਚ ਵੀ। ਤਾਂ ਇੱਕ ਪਾਸੇ ਸਾਡੀ ਜਿਹੜੀ ਅੱਜ ਆਬਾਦੀ 30 ਕਰੋੜ ਦੇ ਨੇੜੇ ਆ ਤੇ ਦੂਜੇ ਪਾਸੇ ਜਿਹੜੀਆਂ ਨੌਕਰੀਆਂ ਨੇ ਉਹ ਸਿਰਫ ਕੁਝ ਲੱਖ ਨੂੰ ਨੇ। ਤਾਂ ਇਹ ਸਾਫ਼ ਆ ਵੀ ਉਹ ਉਹਨਾਂ ਲੋਕਾਂ ਦਾ ਮਸਲਾ ਜਿਹੜਾ ਉਹ ਕੱਲੀ ਨੌਕਰੀਆਂ ਦੀ ਰਿਜ਼ਰਵੇਸ਼ਨ ਨੇ ਜਿਹੜਾ ਉਹ ਹੱਲ ਨਹੀਂ ਕਰਨਾ। ਹਾਂ, ਸਾਨੂੰ ਜਿਹੜੀ ਰਿਜ਼ਰਵੇਸ਼ਨ ਦਾ ਮਾਮਲਾ ਉਹ ਟੋਟਲ ਜਿਹੜੇ ਪੈਦਾਵਾਰੀ ਸਾਧਨ ਨੇ, ਜੇ ਉਹਨਾਂ ਦੇ ਵਿੱਚ ਸਾਨੂੰ ਰਿਜ਼ਰਵੇਸ਼ਨ ਮਿਲਦੀ ਆ ਤਾਂ ਕਿਤੇ ਨਾ ਕਿਤੇ ਕੋਈ ਹੱਲ ਦੇ ਨੇੜੇ ਜਿਹੜੀ ਗੱਲਬਾਤ ਆ ਉਹ ਜਾ ਸਕਦੀ ਆ। ਇਸ ਕਰਕੇ ਕਿਸੇ ਨੂੰ ਇਹ ਨਾ ਲੱਗੇ ਵੀ ਮੇਰਾ ਇਹ ਕਹਿਣਾ ਕੋਈ ਨੌਕਰੀਆਂ ਦੇ ਰਿਜ਼ਰਵੇਸ਼ਨ ਦੇ ਖਿਲਾਫ ਆ। ਮੇਰਾ ਮਕਸਦ ਆ ਵੀ ਕੱਲੀ ਨੌਕਰੀਆਂ ਜੀ ਕਿਉਂ, ਇਹ ਰਿਜ਼ਰਵੇਸ਼ਨ ਭਾਰਤ ਦੇ ਉਹਨਾਂ ਸਾਰੇ ਪੈਦਾਵਾਰੀ ਸਾਧਨਾਂ ਦੇ ਵਿੱਚ ਕਿਉਂ ਨਹੀਂ, ਉਹਨਾਂ ਦੀ ਮੰਗ ਅਸੀਂ ਕਿਉਂ ਨਹੀਂ ਕਰਦੇ, ਸਾਨੂੰ ਉਹ ਕਰਨੀ ਚਾਹੀਦੀ ਆ। ਮੱਖਣ ਸਿੰਘ ਜੀ ਦਾ ਇੱਕ ਸਵਾਲ ਸੀ ਵੀ ਮੁਜ਼ਾਹਰਾ ਮੂਵਮੈਂਟ ਵੇਲੇ ਜਿਹੜੀ ਲੱਖਾਂ ਏਕੜ ਜ਼ਮੀਨ ਮਿਲੀ ਆ ਜ਼ਿਮੀਂਦਾਰਾਂ ਨੂੰ ਮਿਲੀ ਆ, ਦਲਿਤ ਉਹਦੇ ਚੋਂ ਬਾਹਰ ਕਿਉਂ ਰਹੇ। ਤਾਂ ਮੈਂ ਬਹੁਤ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਗਿਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਦਲਿਤ ਲੜੇ ਨੇ, ਕਿਉਂਕਿ ਮੈਂ ਜਿੰਨਾ ਕੋ ਮੁਜ਼ਾਹਰਾ ਮੂਵਮੈਂਟ ਤੇ ਜਿਹੜੀ ਕਿਤਾਬ ਆ ਪੈਪਸੂ ਦੀ ਮੁਜ਼ਾਹਰਾ ਲਹਿਰ ਉਹਦੇ ਬਾਰੇ ਪੜ੍ਹਿਆ ਜਾਂ ਜਿਹੜੇ ਪੁਰਾਣੇ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ, ਤਾਂ ਉਹਨਾਂ ਮੁਤਾਬਕ ਇਹ ਆਉਂਦਾ ਵੀ ਜਿਨ੍ਹਾਂ ਪਿੰਡਾਂ ਦੇ ਵਿੱਚ ਦਲਿਤ ਲੜੇ ਨੇ ਉਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਉਹਨਾਂ ਦਲਿਤਾਂ ਕੋਲੇ ਕੁਝ ਨਾ ਕੁਝ ਜ਼ਮੀਨ ਹੈਗੀ ਆ। ਜਿੱਥੇ ਸ਼ਾਇਦ ਨਹੀਂ ਲੜੇ ਉਹ ਜ਼ਮੀਨ ਆ ਜਿਹੜੀ ਉਹ ਨਹੀਂ ਉਹਨਾਂ ਨੂੰ ਹਾਸਲ ਹੋਈ, ਪਰ ਕਿਤੇ ਨਾ ਕਿਤੇ ਇਹ ਉਸ ਮੂਵਮੈਂਟ ਦੌਰਾਨ ਵੀ ਇਹ ਇਕੱਲਾ ਇਹ ਨਹੀਂ ਹੈ ਵੀ ਦਲਿਤ ਲੜੇ ਨਹੀਂ, ਇਹ ਕਿਤੇ ਨਾ ਕਿਤੇ ਉਹ ਜਾਤੀ ਦਾਬਾ ਜਾਂ ਉਹ ਕਾਸਟ ਦਾ ਕੁਐਸਚਨ ਵੀ ਇਹਦੇ ਅੰਦਰ ਪਿਆ। ਕਿਉਂਕਿ ਉਸ ਸਮੇਂ ਸਵਾਲ ਤਾਂ ਸਾਡੇ ਸਾਹਮਣੇ ਇਹ ਸੀ ਵੀ ਦਲਿਤ ਤਾਂ ਜ਼ਮੀਨ ਦੇ ਮਾਲਕ ਹੀ ਨਹੀਂ ਬਣ ਸਕਦੇ, ਉਹਨਾਂ ਨੂੰ ਮਾਲਕੀ ਮਿਲਣੀ ਹੈ ਵੱਡਾ ਜਿਹੜਾ ਸਵਾਲ ਸੀ। ਇਸ ਕਰਕੇ ਉਹ ਜਿਹੜੇ ਉਸ ਸਮੇਂ ਮੁਜ਼ਾਹਰਾ ਮੂਵਮੈਂਟ ਦੌਰਾਨ ਜਿਹੜੀਆਂ ਜ਼ਮੀਨਾਂ ਵੰਡੀਆਂ ਗਈਆਂ ਨੇ ਉਹਦੇ ਚੋਂ ਸਾਡਾ ਸੈਕਸ਼ਨ ਆ ਜਿਹੜਾ ਉਹ ਵੱਡੀ ਗਿਣਤੀ 'ਚ ਬਾਹਰ ਰਿਹਾ। ਜਿੰਨੀ ਕਿ ਮੇਰੀ ਜਾਣਕਾਰੀ ਮੁਤਾਬਕ ਆ ਤਾਂ ਜਿਨ੍ਹਾਂ ਪਿੰਡਾਂ 'ਚੋਂ ਲੜੇ ਨੇ ਉਹਨਾਂ ਪਿੰਡਾਂ 'ਚੋਂ ਜ਼ਮੀਨਾਂ ਹੈਗੀਆਂ ਨੇ। ਤੇ ਮੈਂ ਕੁਝ ਪਿੰਡਾਂ ਦੇ ਵਿੱਚ ਉੱਥੇ ਗਿਆ ਵੀ ਆ, ਜੇ ਕਿਸੇ ਨੇ ਦੇਖਣਾ ਹੋਵੇ ਤਾਂ ਸੰਗਰੂਰ ਦੇ ਬਿਲਕੁਲ ਨਾਲ ਲੱਗਮਾ ਬਲਵਾੜ ਕਲਾਂ ਪਿੰਡ ਆ ਜਿੱਥੇ ਦਲਿਤਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਕੋਲੇ ਵੀ 5-5 4-4 ਕਿੱਲੇ ਜ਼ਮੀਨ ਦੇ ਹੈਗੇ ਨੇ। ਪਰ ਅਸੀਂ ਸਮਝਦੇ ਆ, ਮੈਂ ਜਿਹੜੀ ਗੱਲ ਕਹੀ ਸੀ ਵੀ ਇਕੱਲੇ ਜ਼ਮੀਨ ਹੋਣ ਨਾਲ, ਇਕੱਲੀ ਆਰਥਿਕ ਮਜ਼ਬੂਤੀ ਨਾਲ ਨਹੀਂ, ਸਾਨੂੰ ਸਮਾਜਿਕ ਤੇ ਆਰਥਿਕ ਦੋਵਾਂ ਦੀ ਤਬਦੀਲੀ ਨਾਲ ਹੀ ਜਿਹੜਾ ਇਸ ਜਾਤ ਪਾਤ ਨੂੰ ਖਤਮ ਕੀਤਾ ਜਾ ਸਕਦਾ। ਜੇ ਕੋਈ ਇਕੱਲਾ ਅੱਜ ਜੇ ਇਹਨੂੰ ਦੇਖਣਾ ਹੋਵੇ ਤਾਂ ਸਾਡਾ ਰਾਸ਼ਟਰਪਤੀ ਆ ਜਿਹੜਾ ਦਲਿਤ ਆ, ਪਰ ਉਹ ਮੋਦੀ ਦੇ ਪਿੱਛੇ ਤਰਸ਼ੂਲ ਲੈ ਕੇ ਖੜਾ ਹੁੰਦਾ, ਉਹਦੀ ਹਾਲਤ ਮਤਲਬ ਉਹ ਪਹਿਰੇਦਾਰਾਂ ਵਾਲੀ ਹੁੰਦੀ ਆ, ਉਹ ਕੋਈ ਆਪਦੇ ਫੈਸਲੇ ਆਪ ਨਹੀਂ ਲੈ ਸਕਦਾ। ਇਸ ਕਰਕੇ ਕੋਈ ਆਰਥਿਕ ਤੌਰ ਤੇ ਜਾਂ ਉੱਪਰ ਜਾ ਕੇ ਕੋਈ ਇਹ ਨਹੀਂ ਹੈ ਵੀ ਉਹ ਜਾਤ ਨੂੰ ਧੋ ਦੂਗਾ। ਇਹਦੇ ਵਾਸਤੇ ਉਹ ਸਮਾਜਿਕ ਸੱਭਿਆਚਾਰਕ ਤਬਦੀਲੀ ਲਈ ਜਿਹੜਾ ਕੰਮ ਕਰਨਾ ਉਹਦੀ ਵੀ ਲੋੜ ਆ। ਇਹਦੇ ਨਾਲ ਹੀ ਇੱਕ ਜੁੜਿਆ ਹੋਇਆ ਸਵਾਲ ਆ ਵੀ ਕਿਵੇਂ ਜ਼ਮੀਨ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਹਾਸਲ ਕਰ ਸਕਦੇ ਆ। ਇਹ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਆ ਉਹਦਾ 33% ਦਲਿਤਾਂ ਲਈ ਰਾਖਵਾਂ ਰੱਖਿਆ ਗਿਆ, ਜਿਹਦੀ ਬੋਲੀ ਦੇਣ ਦਾ ਅਧਿਕਾਰ ਸਿਰਫ ਦਲਿਤਾਂ ਨੂੰ ਆ। ਉਹ ਸਾਡੇ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਸ ਬੋਲੀ ਦੇ ਵਿੱਚ ਅਸੀਂ ਜਾਈਏ, ਆਪਣੀ ਕਮੇਟੀ ਦਾ ਗਠਨ ਕਰੀਏ, ਉਹਨਾਂ ਲੋਕਾਂ ਦਾ ਇਕੱਠ ਹੀ ਆ, ਉਹ ਕਮੇਟੀ ਆ ਜਿਹੜੀ ਉਹਦੀ ਅਸੀਂ ਇਕੱਠੇ ਹੋ ਕੇ ਉਹ ਚੋਣ ਕਰੀਏ। ਉਹਦੀ 10 ਰੁਪਏ ਮੈਂਬਰਸ਼ਿਪ ਫੀਸ ਹੁੰਦੀ ਆ, ਉਹ ਦੇ ਕੇ ਅਸੀਂ ਉਹਨੂੰ ਮੈਂਬਰ ਬਣਾ ਕੇ ਇਹ ਘੋਲਾ ਜਿਹੜਾ ਆਪਣੇ ਪਿੰਡਾਂ 'ਚ ਲੜ ਸਕਦੇ ਆ। ਸਵਾਲ ਆ ਵੀ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਕਿਉਂਕਿ ਸਾਡਾ ਭਾਈਚਾਰਾ ਲੈਂਦਾ ਨਹੀਂ, ਜਿਹੜੇ ਜਰਨਲ ਦੇ ਲੋਕ ਲੈਂਦੇ ਨੇ ਉਹਨਾਂ ਨੇ ਉਹਦਾ ਰੇਟ ਬਹੁਤ ਤਹਾਂ ਕੀਤਾ ਹੋਇਆ, ਉਹਨੂੰ ਰੇਟ ਨੂੰ ਘਟਾਉਣ ਦੀ ਜਿਹੜੀ ਲੜਾਈ ਆ ਉਹ ਸਾਨੂੰ ਜ਼ਰੂਰ ਪਿੰਡਾਂ 'ਚ ਲੜਨੀ ਪੈਂਦੀ ਆ। ਔਰ ਉਹ ਰੇਟ ਘਟਦੇ ਨੇ, ਭਾਵੇਂ ਕਾਨੂੰਨ ਕਹਿੰਦਾ ਵੀ ਹਰ ਸਾਲ 5 ਤੋਂ 20% ਬੋਲੀ ਦਾ ਰੇਟ ਆ ਜਿਹੜਾ ਉਹ ਵੱਧ ਕੇ ਹੋਊਗਾ, ਪਰ ਅਸੀਂ
ਇਹਨਾਂ ਰੇਟਾਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਜਦੋਂ ਇਕੱਠੇ ਹੁੰਦੇ ਆ, ਜਦੋਂ ਕੋਈ ਬੰਦਾ ਬੋਲੀ ਦੇ ਨਹੀਂ ਇਹਨੂੰ ਲੈਂਦਾ ਤਾਂ ਉਹਦਾ ਰੇਟ ਘਟ ਕੇ ਥੱਲੇ ਆਉਂਦਾ ਤੇ ਉਹ ਘੱਟ ਰੇਟ ਤੇ ਵੀ ਸਾਡੇ ਲੋਕਾਂ ਨੂੰ ਫਿਰ ਉਹ ਜ਼ਮੀਨ ਮਿਲਦੀ ਆ। ਔਰ ਲੱਖਾਂ ਰੁਪਈਆ ਰੇਟ ਜਿਹੜਾ ਉਹ ਘਟਿਆ। ਔਰ ਬਟੜਿਆਣਾ ਇਹਦੇ 'ਚ ਪਿੰਡਾ ਭਵਾਨੀਗੜ੍ਹ ਬਲਾਕ ਦਾ, ਜਿੱਥੇ 9,86,000 ਰੁਪਈਆ ਰੇਟ ਆ ਜਿਹੜਾ ਉਹ ਘਟਿਆ ਸੀ। 64,000 ਕਿੱਲੇ ਤੋਂ 22,000 ਰੁਪਏ ਕਿੱਲੇ ਤੇ ਰੇਟ ਜਿਹੜਾ ਉਹਦਾ ਆਇਆ ਸੀ, ਤੇ ਉਹ ਇਕੱਠੇ ਹੋ ਕੇ ਇਸ ਢੰਗ ਨਾਲ ਅਸੀਂ ਰੇਟ ਘਟਾ ਕੇ ਜਿਹੜੀ ਜ਼ਮੀਨ ਆ ਉਹ ਲੈ ਸਕਦੇ ਹਾਂ। ਡਾਕਟਰ ਜਗਰਾਜ ਜੀ ਦਾ ਸਵਾਲ ਸੀ, ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜਰਨਲ ਨੂੰ ਕਿਵੇਂ ਕਨਵਿੰਸ ਕਰਾਇਆ ਜਾ ਸਕਦਾ। ਦੇਖੋ, ਉਹਨਾਂ ਦੇ ਵਿਚਾਰ ਜਿੰਨੇ ਜ਼ਿਆਦਾ ਲੋਕਾਂ ਤੱਕ ਅਸੀਂ ਲੈ ਕੇ ਜਾਵਾਂਗੇ, ਜਦੋਂ ਉਹਨਾਂ ਲੋਕਾਂ ਨੂੰ ਉਹਨਾਂ ਦੀ ਵਿਚਾਰਧਾਰਾ ਦਾ ਪਤਾ ਲੱਗੂ, ਕਿਉਂਕਿ ਹੁਣ ਤੱਕ ਜੋ ਸਾਡਾ ਪ੍ਰਚਾਰ ਆ ਉਹ ਸਿਰਫ ਇਹੀ ਆ ਵੀ ਬਾਬਾ ਸਾਹਿਬ ਨੇ ਦਲਿਤਾਂ ਨੂੰ ਰਿਜ਼ਰਵੇਸ਼ਨ ਦਵਾਈ ਸੀ, ਪਰ ਇਹ ਪ੍ਰਚਾਰ ਕਿਤੇ ਵੀ ਨਹੀਂ ਹੈ ਵੀ ਉਹਨਾਂ ਨੇ ਪਿੰਡਾਂ ਦੇ ਜਿਹੜੇ ਮਜ਼ਦੂਰ ਸੀ ਉਹਨਾਂ ਦੀ ਜ਼ਮੀਨ ਦੀ ਗੱਲ ਵੀ ਕੀਤੀ ਆ। ਇਹ ਪ੍ਰਚਾਰ ਕਿਤੇ ਨਹੀਂ ਹੈ ਵੀ ਔਰਤਾਂ ਦੀ ਆਜ਼ਾਦੀ ਦੀ ਵੀ ਉਹਨਾਂ ਨੇ ਗੱਲ ਕੀਤੀ ਆ। ਹੋਰ ਜਿਹੜੇ ਤਬਕੇ ਨੇ ਉਹਨਾਂ ਲਈ ਵੀ ਜਿਹੜਾ ਉਹਨਾਂ ਨੇ ਜਿਹੜਾ ਇਹ ਸੰਵਿਧਾਨ ਲਿਖਿਆ ਵੀ ਕੋਈ ਦੁਖੀ ਨਾ ਰਹੇ, ਉਹਨਾਂ ਨੇ ਹਰ ਮਤਲਬ ਸੰਭਵ ਕੋਸ਼ਿਸ਼ ਕੀਤੀ ਹੈ ਇਹਦੇ ਲਈ ਵੀ ਜਿਹੜੇ ਵੀ ਲੋਕ ਦੁਖੀ ਨੇ, ਪੀੜਤ ਨੇ, ਉਹਨਾਂ ਨੂੰ ਇਨਸਾਫ ਮਿਲ ਸਕੇ, ਉਹਦੇ ਲਈ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ। ਇਸ ਕਰਕੇ ਜੇ ਅਸੀਂ ਉਹ ਸਾਰੀ ਗੱਲਬਾਤ ਆ ਜਿਹੜੀ ਪੂਰੀ ਦੀ ਪੂਰੀ ਗੱਲਬਾਤ ਆ ਉਹ ਉਹਨਾਂ ਲੋਕਾਂ 'ਚ ਲੈ ਕੇ ਜਾਵਾਂਗੇ ਤਾਂ ਕਿਤੇ ਨਾ ਕਿਤੇ ਉਹ ਲੋਕ ਵੀ ਸਾਡੇ ਨਾਲ ਤੁਰਨਗੇ। ਤੇ ਸਾਨੂੰ ਵੀ ਇਸ ਗੱਲ ਲਈ ਜਿਹੜਾ ਉਹ ਤਿਆਰ ਹੋਣਾ ਪੈਣਾ ਵੀ ਅਸੀਂ ਵੀ ਆਪਦੇ ਮਨ ਦੇ ਵਿੱਚੋਂ ਇਹ ਚੀਜ਼ ਕੱਢ ਕੇ ਤੁਰੀਏ। ਜਿਵੇਂ ਬਹੁਤ ਸਾਰੇ ਲੋਕਾਂ ਦੇ ਇਹ ਗੱਲ ਆਈ ਵੀ ਆ, ਜ਼ਮੀਨ ਲੈਣ ਤੋਂ ਬਾਅਦ ਕੀ ਤਬਦੀਲੀ ਆਈ ਪਿੰਡਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਹ ਜ਼ਮੀਨ ਮਿਲੀ ਆ, ਤਾਂ ਉਹਨਾਂ ਪਿੰਡਾਂ 'ਚ ਜਿਨ੍ਹਾਂ ਦੀਆਂ ਖੁਰਲੀਆਂ ਦੇ ਵਿੱਚ ਰੰਗ ਹੋ ਗਿਆ ਸੀ, ਡੰਗਰ ਨੇ ਜਿਹੜੇ ਉਹਨਾਂ ਦੇ ਘਰਾਂ ਤੋਂ ਬਾਹਰ ਹੋ ਗਏ ਸੀ, ਅੱਜ ਉਹ ਲਗਭਗ 80% ਜਿਹੜੇ ਮਜ਼ਦੂਰ ਪਰਿਵਾਰ ਨੇ ਉਹਨਾਂ ਨੇ ਦੁਬਾਰਾ ਡੰਗਰ ਰੱਖ ਲਏ। ਉਹਨਾਂ ਦੇ ਘਰਾਂ ਦੇ ਵਿੱਚ ਆਪਦਾ ਦੁੱਧ, ਆਪਦਾ ਜਿਹੜਾ ਦਹੀਂ ਆ ਉਹ ਹੋਣ ਲੱਗ ਗਿਆ। ਇਸ ਤੋਂ ਬਿਨਾਂ ਜਿਹੜੀਆਂ ਔਰਤਾਂ ਬਗਾਨੀਆਂ ਵੱਟਾਂ ਦੇ 5-5 ਕਿਲੋਮੀਟਰ ਤੁਰ ਕੇ ਜਾਂਦੀਆਂ ਸੀ ਕੱਖਾਂ ਵਾਸਤੇ, ਅੱਜ ਉਹਨਾਂ ਦੇ ਡੰਗਰਾਂ ਨੂੰ ਹਰਾ ਚਾਰਾ ਜਿਹੜਾ ਰੱਜ ਕੇ ਮਿਲਣ ਲੱਗ ਗਿਆ। ਔਰ ਉਹ ਅੱਧੀ ਦਿਹਾੜੀ ਜਿਹੜੀ ਉਧਰ ਖਰਾਬ ਕਰਦੀਆਂ ਸੀ, ਉਸ ਸਮੇਂ ਦੇ ਵਿੱਚ ਅੱਜ ਉਹ ਮਨਰੇਗਾ ਦੇ ਵਿੱਚ ਦਿਹਾੜੀ ਜਾਂਦੀਆਂ ਨੇ। ਅੱਜ ਉਹ ਕੋਈ ਕੋਟੀਆਂ ਸਵਾਟਰ ਬੁਣ ਕੇ, ਕੋਈ ਸ਼ਾਲ ਕੱਢ ਕੇ ਜਿਹੜਾ ਆਪਦਾ ਵੱਖਰਾ ਕੰਮ ਕਰਕੇ ਵੀ ਉਹ ਜਿਹੜਾ ਆਪਦਾ ਕੰਮ ਆ ਜਿਹੜਾ ਉਹ ਚਲਾ ਰਹੀਆਂ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਵੀ ਉਹਨਾਂ ਨੂੰ ਉਸ ਪਿੰਡ ਦੇ ਵਿੱਚ ਜਿਹੜੀ ਜਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਤੋਂ ਵੀ ਉਹਨਾਂ ਦੀ ਮੁਕਤੀ ਹੋਈ ਆ। ਔਰ ਦੂਸਰਾ, ਉਹ ਆਰਥਿਕ ਤੌਰ ਤੇ ਵੀ ਕੁਝ ਨਾ ਕੁਝ ਫਰਕ ਪਿਆ। ਪਰ ਹਾਂ, ਇਹ ਸਾਫ਼ ਆ ਵੀ ਪੰਚਾਇਤੀ ਜ਼ਮੀਨ ਅਸੀਂ ਮੰਨਦੇ ਹਾਂ ਵੀ ਉਪਜੀਵਕਾ ਦਾ ਸਾਧਨ ਨਹੀਂ। ਇਸ ਜ਼ਮੀਨ ਨੇ ਸਾਡੇ ਜਿਹੜੇ ਪਰਿਵਾਰ ਨੂੰ ਚਲਾਉਣ ਵਾਲਾ ਨਹੀਂ ਅਜੇ ਕੀਤਾ, ਉਸ ਦੀ ਲੜਾਈ ਅਜੇ ਬਾਕੀ ਆ। ਉਹ ਸੀਲਿੰਗ ਐਕਟ ਤੋਂ ਉੱਪਰਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਵੰਡ ਨੇ ਜਿਹੜਾ ਉਹ ਸਹੀ ਕਰਨਾ, ਉਸ ਪਾਸੇ ਵੱਲੋਂ ਅਸੀਂ ਆਪਣਾ ਸੰਘਰਸ਼ ਆ ਜਿਹੜਾ ਉਹ ਲੈ ਕੇ ਜਾ ਰਹੇ ਹਾਂ। ਲਾਕਡਾਊਨ ਦੌਰਾਨ ਸਮਾਜ ਦੀ ਜਿਹੜੀ ਲੋੜ ਆ ਉਹਦੇ 'ਚ ਜ਼ਮੀਨ ਜ਼ਿਆਦਾ ਸਹਾਈ ਹੋਈ ਜਾਂ ਕਾਰੋਬਾਰ। ਦੇਖੋ, ਇਸ ਗੱਲ ਨੂੰ ਹਿੰਦੁਸਤਾਨ ਪੱਧਰ ਤੇ ਇਹ ਸਾਫ਼ ਕਰਤਾ ਵੀ ਲਾਕਡਾਊਨ ਦੌਰਾਨ ਜਦੋਂ ਪੂਰੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਉਹ ਮਾਈਨਸ ਦੇ ਵਿੱਚ ਚਲੀ ਗਈ ਸੀ, ਤਾਂ ਖੇਤੀ ਸੈਕਟਰ ਇੱਕੋ ਇੱਕ ਸੈਕਟਰ ਸੀ ਜਿਹੜਾ ਜਿਹਨੇ ਮਾਈਨਸ 'ਚ ਨਹੀਂ ਗਿਆ, ਜਿਹਨੇ ਮਤਲਬ ਕਹਿ ਲਈਏ ਵੀ ਇਸ ਅਰਥ ਵਿਵਸਥਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਨਹੀਂ, ਸਾਰੇ ਸੈਕਟਰ ਨੇ ਜਿਹੜੇ ਉਹ ਡੁੱਬੇ ਨੇ। ਇਸ ਕਰਕੇ ਕਿਉਂਕਿ 62% ਲੋਕ ਅੱਜ ਵੀ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਨੇ, ਪੇਂਡੂ ਖੇਤਰ ਦੇ ਨਾਲ ਜੁੜੇ ਹੋਏ ਨੇ। ਔਰ ਇਸ ਕਰਕੇ ਇਹ ਜ਼ਮੀਨ ਆ ਜਿਹੜੀ ਸਾਡੇ ਦੇਸ਼ ਦਾ ਜਿੱਥੇ ਇਹ ਮੁੱਖ ਸੋਮਾ, ਉੱਥੇ ਸਾਡੇ ਲੋਕਾਂ ਦੀ ਵੀ ਇਹ ਲੋੜ ਆ। ਲਗਭਗ ਮੈਨੂੰ ਲੱਗਦਾ ਸਵਾਲਾਂ ਦੇ ਜਵਾਬ ਆ ਗਏ, ਤੇ ਆਪਾਂ ਇੱਕ ਰਾਊਂਡ ਹੋਰ ਚਲਾ ਲਈਏ। ਤੇ ਮੈਂ ਜਿਹੜੀ ਗੱਲ ਕਰਦੇ ਸੀ ਵੀ ਇਹ ਸਵਾਲ ਆਉਂਦਾ ਵੀ ਜੇ ਸੱਤਾ 'ਚ ਆਵਾਂਗੇ ਫੇਰ ਹੀ ਕਾਨੂੰਨ ਬਣਾਵਾਂਗੇ, ਤਾਂ ਮੈਨੂੰ ਲੱਗਦਾ ਜਦੋਂ ਸੰਘਰਸ਼ ਹੁੰਦੇ ਨੇ ਉਦੋਂ ਕਾਨੂੰਨ ਵੀ ਬਣਦੇ ਨੇ। ਅਸੀਂ ਉਹ ਕਾਨੂੰਨ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਜਿਹਦੇ ਲਈ ਅਸੀਂ 2016 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਾਉਣ ਦੇ ਵਿੱਚ ਕਾਮਯਾਬ ਹੋਏ ਵੀ ਤੀਜੇ ਹਿੱਸੇ ਦੀ ਜ਼ਮੀਨ ਉਹਦੇ ਤੇ ਜਿਹੜਾ 5 ਤੋਂ 20% ਦਾ ਵਾਧਾ ਉਹ ਨਹੀਂ ਹੋਊਗਾ, ਜਿਹੜਾ ਬਾਕੀ ਜਰਨਲ ਦੇ ਉੱਤੇ ਹੁੰਦਾ, ਪਹਿਲਾਂ ਟੋਟਲ ਤੇ ਹੁੰਦਾ, ਉਹਦੇ ਤੇ ਰੋਕਣ ਦੇ ਵਿੱਚ ਅਸੀਂ ਨੋਟੀਫਿਕੇਸ਼ਨ ਕਰਾਉਣ 'ਚ ਕਾਮਯਾਬ ਹੋਏ। ਦੂਜਾ,
ਇਸ ਸਵਾਲ ਦੇ ਉੱਤੇ ਅਸੀਂ ਕਾਮਯਾਬ ਹੋਏ ਬਈ ਇਹਦਾ ਘੱਟੋ ਘੱਟ ਰੇਟ 15000 ਰੁਪਏ ਹੋਊਗਾ, ਜਿਹਦਾ ਰੇਟ 50000 ਰੁਪਏ ਤੇ ਫਿਰਦਾ, ਵੀ ਘੱਟੋ ਘੱਟ 15000 ਰੇਟ ਆ ਜਿਹੜਾ ਉਹਦਾ ਹੋ ਸਕਦਾ। ਤੀਜਾ, ਐਸੀ ਧਰਮਸ਼ਾਲਾ ਦੇ ਵਿੱਚ ਬੋਲੀ ਹੋਊਗੀ, ਇਹ ਨਹੀਂ ਵੀ ਉਹ ਉੱਥੇ ਹੀ ਹੋਊ ਜਿੱਥੇ ਜ਼ਿਆਦਾ ਕਲੇਸ਼ ਦੇ ਜਿਹੜੇ ਉਹ ਸਥਿਤੀਆਂ ਨੇ ਜਿਹੜੀਆਂ ਬਣਦੀਆਂ ਨੇ। ਔਰ ਚੌਥਾ, ਸਾਂਝੇ ਰੂਪ 'ਚ ਜੇ ਖੇਤੀ ਲਈ ਬਹੁਗਿਣਤੀ ਜ਼ਮੀਨ ਲੈਣਾ ਚਾਹੁੰਦੀ ਆ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਜ਼ਮੀਨ ਮਿਲੇ। ਇਹ ਚਾਰ ਗੱਲਾਂ, ਚਾਰ ਇਹ ਜਿਹੜੀਆਂ ਅਸੀਂ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਕਰਾਉਣ 'ਚ ਕਾਮਯਾਬ ਹੋਏ ਆ। ਅਸੀਂ ਲਾਲ ਲਕੀਰ ਦੇ ਲਈ ਮੰਗ ਕਰਕੇ ਉਹ 9 ਕਰਾਉਣ ਵਾਸਤੇ ਉਸ ਬਜਟ ਸੈਸ਼ਨ 'ਚ ਮਤਾ ਪਾਸ ਕਰਾਉਣ 'ਚ ਕਾਮਯਾਬ ਹੋਏ ਆ। ਅਸੀਂ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦੀ ਲੜਾਈ ਲੜ ਕੇ ਉਹਦਾ ਨੋਟੀਫਿਕੇਸ਼ਨ ਜਾਰੀ ਕਰਾਉਣ 'ਚ ਕਾਮਯਾਬ ਹੋਏ ਆ। ਭਾਵੇਂ ਉਹਦੇ 'ਚ ਕੁਝ ਸ਼ਰਤਾਂ ਸੀ, ਉਹਦੇ ਕਰਕੇ ਉਹ ਨੋਟੀਫਿਕੇਸ਼ਨ ਪੈਂਡਿੰਗ ਰਿਹਾ, ਪਰ ਅਸੀਂ ਸਮਝਦੇ ਹਾਂ ਵੀ ਜਿਹੜੇ ਕਾਨੂੰਨ ਨੇ ਉਹ ਲੋਕਾਂ ਮੁਤਾਬਕ ਹੀ ਹੁੰਦੇ ਨੇ। ਔਰ ਇਸ ਗੱਲ ਦਾ ਸਾਨੂੰ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਵੀ ਕਾਨੂੰਨ ਉਹਨਾਂ ਲੋਕਾਂ ਦਾ ਲਾਗੂ ਕੀਤਾ ਹੋਇਆ ਸੀ ਜਿਹੜੇ ਤਲਾਅ ਦੇ ਵਿੱਚੋਂ ਕੁੱਤੇ ਵੀ ਪਾਣੀ ਪੀ ਸਕਦੇ ਨੇ, ਉਹਦੇ 'ਚੋਂ ਸਾਡੇ ਸਮਾਜ ਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ। ਔਰ ਬਾਬਾ ਸਾਹਿਬ ਅੰਬੇਦਕਰ ਨੇ ਉਹ ਲੜਾਈ ਲੜੀ ਸੀ, ਸੰਘਰਸ਼ ਲੜਿਆ ਸੀ। ਤੇ ਮੈਨੂੰ ਲੱਗਦਾ ਵੀ ਸਾਨੂੰ ਉਹਨਾਂ ਸੰਘਰਸ਼ਾਂ ਬਾਰੇ ਵੀ ਦੱਸਣਾ ਚਾਹੀਦਾ ਵੀ ਉਹ ਅੰਦੋਲਨ ਆ ਜਿਹੜਾ ਬਾਬਾ ਸਾਹਿਬ ਨੇ ਕੀਤਾ ਸੀ, ਔਰ ਉਹ ਸਾਂਝੇ ਰੂਪ 'ਚ ਪਾਣੀ ਪੀ ਕੇ ਉਸ ਖਿਲਾਫ ਜਿਹੜੀ ਇੱਕ ਲਹਿਰ ਖੜੀ ਕੀਤੀ ਸੀ। ਉਹਨਾਂ ਨੇ ਮੰਦਿਰ 'ਚ ਪ੍ਰਵੇਸ਼ ਕਰਨ ਦਾ ਜਿਹੜਾ ਅੰਦੋਲਨ ਆ ਉਹ ਵੀ ਲੜਿਆ, ਹਾਲਾਂਕਿ ਉਹ ਇਹ ਨਹੀਂ ਸੀ ਮੰਨਦੇ ਵੀ ਮੰਦਿਰ ਜਾਣ ਨਾਲ ਕੋਈ ਮੁਕਤੀ ਨਹੀਂ ਹੋ ਜੂ। ਸਵਾਲ ਵੀ ਜੇ ਹਿੰਦੂ ਸਾਨੂੰ ਆਪਦਾ ਹਿੱਸਾ ਮੰਨਦੇ ਨੇ ਤਾਂ ਸਾਡਾ ਵੀ ਇਹ ਬਰਾਬਰ ਦਾ ਅਧਿਕਾਰ ਬਣਦਾ। ਔਰ ਉਹਦੇ ਲਈ ਉਹਨਾਂ ਨੇ ਸੰਘਰਸ਼ ਲੜਿਆ, ਔਰ ਉਹ ਤਲਾਬਾਂ ਦੇ ਵਿੱਚੋਂ ਪਾਣੀ ਪੀਣ ਦਾ ਅਧਿਕਾਰ ਆ ਜਿਹੜਾ ਲੈ ਕੇ ਦਿੱਤਾ। ਇਹ ਰਿਜ਼ਰਵੇਸ਼ਨ ਜਿਹੜੀ ਮਿਲੀ ਆ, ਇਹਦੇ ਲਈ ਉਹਨਾਂ ਨੇ ਇਹ ਨਹੀਂ ਸੀ ਵੀ ਬਾਬਾ ਸਾਹਿਬ ਅੰਬੇਦਕਰ ਇਕੱਲੇ ਹੀ ਇਹ ਸੰਵਿਧਾਨ ਨੂੰ ਲਿਖਣ ਵਾਲੇ ਸੀ, ਉਹ ਸੈਂਕੜੇ ਮੈਂਬਰ ਸੀ। ਜਿਹੜੀ ਡਰਾਫਟਿੰਗ ਕਮੇਟੀ ਦੇ ਇਹ ਚੇਅਰਮੈਨ ਸੀ, ਇਹਦੇ ਵਿੱਚ ਨਹਿਰੂ ਉਹਨਾਂ ਦੀ ਵੀ ਹਿੱਸੇਦਾਰੀ ਰਹੀ ਆ। ਇਸ ਕਰਕੇ ਉਹ ਸਾਰੇ ਦਾ ਸਾਰਾ ਸੰਵਿਧਾਨ ਆ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੇ ਮੁਤਾਬਕ ਨਹੀਂ ਲਿਖਿਆ ਗਿਆ।